ਸਤਿ ਸ਼੍ਰੀ ਅਕਾਲ, ਨਮਸਤੇ ਜੀ ਆਇਆਂ ਨੂੰ। ਸਵਾਗਤ ਹੈ ਮੇਰੇ ਚੈਨਲ ਪੰਜਾਬੀ ਲਰਨਿੰਗ ਵਿਦ ਮੋਹਿਤਾ ਵਿੱਚ। ਸੋ ਅੱਜ 11ਵੀਂ ਕਲਾਸ ਦੀ ਕਹਾਣੀ ਹੈ ਨੰਦੂ, ਉਸ ਨੂੰ ਅਸੀਂ ਪੜ੍ਹਾਂਗੇ। ਸੋ ਇਹ ਕਹਾਣੀ ਜਿਹੜੀ ਨੰਦੂ ਹੈ ਇਹ ਲਿਖੀ ਹੋਈ ਹੈ ਅਜੀਤ ਕੌਰ ਦੀ। ਇਸ ਕਹਾਣੀ ਵਿੱਚ ਲੇਖਿਕਾ ਨੇ ਇੱਕ ਘਰੇਲੂ ਨੌਕਰ, ਜਿਹੜਾ ਛੋਟੀ ਉਮਰ ਦਾ ਇੱਕ ਨੌਕਰ ਹੈ, ਉਸ ਦੀ ਰੋਜ਼ੀ ਰੋਟੀ ਨਾਲ ਉਸਦੀ ਜਿਹੜੀ ਜੀਵਨ ਦਾ ਸੰਘਰਸ਼ ਹੈ ਉਸ ਨੂੰ ਬਿਆਨ ਕੀਤਾ ਹੈ ਕਿ ਰੋਜ਼ੀ ਰੋਟੀ ਵਾਸਤੇ ਉਹ ਵਿਅਕਤੀ ਜਿਹੜਾ ਲੜਕਾ ਹੈ ਕਿੰਨਾ ਜ਼ਿਆਦਾ ਸੰਘਰਸ਼ ਕਰਦਾ ਹੈ। ਸੋ ਕਹਾਣੀ ਕੁਝ ਇੰਝ ਸ਼ੁਰੂਆਤ ਹੁੰਦੀ ਕਿ ਜਿਹੜੀ ਕਹਾਣੀ ਲੇਖਿਕਾ ਹੈ ਅਜੀਤ ਕੌਰ, ਉਹ ਕਹਿੰਦੀ ਕਿ ਉਸਦੇ ਗੁਆਂਢ ਵਿੱਚ, ਉਸਦੇ ਯਾਨੀ ਕਿ ਪੜੋਸੀ ਵਿੱਚ ਸਰਦਾਰਾਂ ਦਾ ਇੱਕ ਘਰ ਸੀ ਜਿੱਥੇ ਇੱਕ ਲੜਕਾ ਨੌਕਰੀ ਕਰਦਾ ਸੀ ਜਿਸ ਦਾ ਕਿ ਨਾਮ ਸੀ ਨੰਦੂ। ਉਹ ਗੜਵਾਲ ਇਲਾਕੇ ਦਾ ਰਹਿਣ ਵਾਲਾ ਸੀ ਅਤੇ ਉਹ ਕਈ ਵਾਰੀ ਕੰਮ ਕਰਦਾ ਕਰਦਾ ਲੇਖਿਕਾ ਦੇ ਕੋਲ ਵੀ ਆ ਕੇ ਬਹਿ ਜਾਂਦਾ ਸੀ ਅਤੇ ਲੇਖਿਕਾ ਨੂੰ ਕਈ ਵਾਰੀ ਆਪਣੇ ਦੱਸਦਾ ਸੀ ਕਿ ਮੈਂ ਗੜਵਾਲ ਦਾ ਰਹਿਣ ਵਾਲਾ ਵਾਂ ਅਤੇ ਮੇਰੇ 4 ਵੱਡੀਆਂ ਭੈਣਾਂ ਨੇ ਅਤੇ 3 ਮੇਰੇ ਤਿੰਨ ਛੋਟੇ ਭਰਾ ਨੇ, 4 ਵੱਡੀਆਂ ਭੈਣਾਂ ਅਤੇ 3 ਛੋਟੇ ਭਰਾ ਨੇ। ਅਤੇ ਉਸਨੇ ਇਹ ਵੀ ਦੱਸਿਆ ਕਿ ਉਸਦੇ ਘਰ ਵਿੱਚ ਸਿਰਫ ਕੇਵਲ ਇੱਕ ਸਮੇਂ ਹੀ ਰੋਟੀ ਬਣਦੀ ਸੀ ਅਤੇ ਉਹ ਸਾਰਾ ਦਿਨ ਗਾਵਾਂ ਚਰਾਉਂਦਾ ਰਹਿੰਦਾ ਸੀ ਅਤੇ ਗਾਵਾਂ ਦਾ ਜਿਹੜਾ ਦੁੱਧ ਵੇਚ ਕੇ ਹੀ ਉਹਨਾਂ ਦੇ ਘਰ ਫਿਰ ਵੀ ਇੱਕ ਟਾਈਮ ਹੀ ਜਿਹੜੀ ਰੋਟੀ ਬਣਦੀ ਸੀ ਅਤੇ ਉਹ ਵਿਚਾਰਾ ਇੰਨਾ ਗਰੀਬ ਸੀ। ਅਤੇ ਲੇਖਿਕਾ ਨੂੰ ਨਾ ਉਹਦੀਆਂ ਗੱਲਾਂ ਸੁਣ ਕੇ ਕਈ ਵਾਰ ਕਹਿੰਦੀ ਮੈਨੂੰ ਇੰਝ ਲੱਗਦਾ ਕਿ ਜਿਵੇਂ ਇਹ ਬੱਚਾ 50 ਸਾਲ ਦਾ ਕੋਈ ਵਿਅਕਤੀ ਜਿਹਨੇ ਜੀਵਨ ਹੰਢਾਇਆ ਹੋਵੇ ਉਹ ਗੱਲਾਂ ਕਰਦਾ ਰਿਹਾ ਹੈ, ਪਰ ਉਹ ਸੀ ਵਿਚਾਰਾ ਸਿਰਫ 13 ਸਾਲ ਦਾ ਨੰਦੂ ਸੀ। ਉਸਨੇ ਲੇਖਿਕਾ ਨੂੰ ਇਹ ਵੀ ਦੱਸਿਆ ਕਿ ਉਹ ਇਸੀ ਭੁੱਖ ਕਰਕੇ ਹੀ, ਗਰੀਬੀ ਕਰਕੇ ਹੀ ਉਹ ਆਪਣਾ ਮਾਂ ਪਿਓ ਨੂੰ, ਆਪਣੇ ਭੈਣ ਭਰਾਵਾਂ ਨੂੰ ਛੱਡ ਕੇ ਗੜਵਾਲ ਆਪਣਾ ਇਲਾਕਾ ਛੱਡ ਕੇ ਇੱਥੇ ਆ ਗਿਆ ਹੈ, ਇੱਥੇ ਨੌਕਰੀ ਵਾਸਤੇ ਆਇਆ ਹੈ, ਰੋਟੀ ਵਾਸਤੇ ਆਇਆ। ਤਾਂ ਉਹਨੇ ਦੱਸਿਆ, ਨੰਦੂ ਦੱਸਦਾ ਕਿ ਜਿੱਥੇ ਪਹਿਲਾਂ ਉਹਨੇ ਸ਼ੁਰੂਆਤ 'ਚ ਆ ਕੇ ਸਭ ਤੋਂ ਪਹਿਲਾਂ ਨੌਕਰੀ ਕੀਤੀ, ਨੌਕਰੀ ਬੜੀ ਚੰਗੀ ਕਰ ਰਿਹਾ ਸੀ, ਪਰ ਉੱਥੋਂ ਦੇ ਘਰ 'ਚ ਕਹਿੰਦਾ ਕੋਈ ਬਜ਼ੁਰਗ ਔਰਤ ਸੀ ਜਿਹੜੀ ਹਰ ਵਕਤ ਮੈਨੂੰ ਝਿੜਕਾਂ ਦਿੰਦੀ ਰਹਿੰਦੀ ਸੀ, ਇਸ ਕਰਕੇ ਉਹਨੇ ਕਿਹਾ ਕਿ ਉੱਥੋਂ ਮੈਂ ਨੌਕਰੀ ਜਿਹੜੀ ਕਿ ਛੱਡ ਦਿੱਤੀ ਹੈ। ਫਿਰ ਨੰਦੂ ਨੇ ਇਹ ਵੀ ਦੱਸਿਆ ਲੇਖਿਕਾ ਨੂੰ ਕਿ ਹੁਣ ਉਹ ਨੌਕਰੀ ਉਹਨਾਂ ਦੀ ਜਿਹੜੀ ਬਜ਼ੁਰਗ ਔਰਤ ਦੇ ਘਰ ਕਰ ਰਿਹਾ ਸੀ, ਉਹ ਝਿੜਕਾ ਦੇਣ ਕਰਕੇ ਉਸਨੇ ਛੱਡ ਦਿੱਤੀ ਅਤੇ ਉਹਨੇ ਸਰਦਾਰਾਂ ਦੇ ਘਰ ਕੰਮ ਕਰ ਰਿਹਾ ਸੀ। ਸਰਦਾਰਾਂ ਦੇ ਘਰ ਕੰਮ ਕਰਕੇ ਕਹਿੰਦਾ ਮੈਨੂੰ ਗੜਵਾਲੀ ਜਿਹੜੀ ਮੇਰੀ ਆਪਣੀ ਭਾਸ਼ਾ ਉਹ ਮੈਨੂੰ ਭੁੱਲ ਗਈ ਹੈ, ਉਹ ਪੰਜਾਬੀ ਸਿੱਖ ਗਿਆ ਸੀ। ਉਹ ਕਿਸੇ ਨੂੰ ਵੇਖ ਕੇ ਲੇਖਿਕਾ ਕਹਿੰਦੀ ਲੱਗਦਾ ਹੀ ਨਹੀਂ ਸੀ ਕਿ ਗੜਵਾਲ ਦਾ ਇੰਨੀ ਸੋਹਣੀ ਪੰਜਾਬੀ ਬੋਲਣ ਲੱਗ ਪਿਆ ਸੀ। ਉਸਨੇ ਇੱਕ ਗੁਟਕਾ ਵੀ ਰੱਖ ਲਿਆ ਸੀ ਅਤੇ ਗੁਰੂ ਗੋਬਿੰਦ ਸਿੰਘ ਜੀ ਦੀ ਇੱਕ ਤਸਵੀਰ ਵੀ ਉਸਨੇ ਆਪਣੇ ਕੋਲ ਰੱਖੀ ਹੋਈ ਸੀ। ਅਤੇ ਉਹ ਹੌਲੀ ਹੌਲੀ ਕਹਿੰਦਾ ਸਰਦਾਰਾਂ ਦੇ ਬੱਚਿਆਂ ਦੇ ਨਾਲ ਰਹਿ ਕੇ ਉਸਨੇ ਕੇਸ ਵੀ ਰੱਖਣੇ ਸ਼ੁਰੂ ਕਰ ਦਿੱਤੇ। ਸਰਦਾਰਾਂ ਨੇ ਉਸਨੂੰ ਇੱਕ ਪੱਗ ਵੀ ਲਿਆ ਕੇ ਦੇ ਦਿੱਤੀ ਔਰ ਫਿਰ ਉਸਨੇ ਇੱਕ ਕਿਰਪਾਨ ਵੀ ਇੱਕ ਧਾਰਨ ਕਰ ਲਈ। ਤਾਂ ਇੱਕ ਨੰਦੂ ਤੋਂ ਕੀ ਬਣ ਗਿਆ, ਨੰਦ ਸਿੰਘ ਬਣ ਗਿਆ। ਯਾਨੀ ਕਿ ਲੇਖਿਕਾ ਦੇ ਗੁਆਂਢ ਵਿੱਚ ਲੜਕਾ ਰਹਿ ਰਿਹਾ ਹੈ। ਉਸਨੇ ਦੱਸਿਆ ਕਿ ਸਰਦਾਰਾਂ ਦੇ ਘਰ ਕੰਮ ਕਰ ਰਿਹਾ ਸੀ ਅਤੇ ਸਰਦਾਰਾਂ ਘਰ ਰਹਿ ਕੇ ਉਸਨੇ ਉਹਨਾਂ ਵੱਲ ਵੇਖ ਕੇ ਕੇਸ ਵੀ ਰੱਖਣੇ ਸ਼ੁਰੂ ਕਰ ਦਿੱਤੇ, ਪੱਗ ਬੰਨ੍ਹਣੀ ਸ਼ੁਰੂ ਕਰ ਦਿੱਤੀ, ਗੁਰੂ ਗੋਬਿੰਦ ਸਿੰਘ ਜੀ ਦੀ ਤਸਵੀਰ ਰੱਖ ਲਈ, ਗੁਟਕਾ ਪੜ੍ਹਨ ਲੱਗ ਪਿਆ ਅਤੇ ਉਹ ਨੰਦੂ ਤੋਂ ਨੰਦ ਸਿੰਘ ਬਣ ਗਿਆ। ਫਿਰ ਲੇਖਿਕਾ ਅੱਗੇ ਦੱਸਦੀ ਹੈ ਕਿ ਨੰਦੂ ਕਦੀ ਵੀ ਆਪਣੇ ਮਾਂ ਪਿਓ ਨੂੰ, ਭੈਣ ਭਰਾ ਨੂੰ ਕਦੀ ਕੋਈ ਚਿੱਠੀ ਨਹੀਂ ਸੀ ਪਾਉਂਦੀ, ਪਰ ਇੱਕ ਵਾਰੀ ਕੀ ਹੋਇਆ ਕਿ ਨੰਦੂ ਦੇ ਪਿੰਡ ਦਾ ਕੋਈ ਵਿਅਕਤੀ ਜਿਹੜਾ ਕਿ ਉਸਨੂੰ ਲੱਭਦਾ ਹੋਇਆ ਇੱਥੇ ਲੇਖਿਕਾ ਦੇ ਘਰ ਲਾਗੇ ਪਹੁੰਚ ਜਾਂਦਾ ਹੈ ਅਤੇ ਉਹ ਨੰਦੂ ਨੂੰ ਪਛਾਣ ਲੈਂਦਾ ਹੈ ਕਿ ਹਾਲਾਂਕਿ ਨੰਦੂ ਨੇ ਕੇਸ ਵੀ ਰੱਖ ਲੈਣੇ ਸੀ, ਸਰਦਾਰ ਬਣ ਗਿਆ, ਪਰ ਫਿਰ ਵੀ ਉਸਦੇ ਪਿੰਡ ਦੇ ਬੰਦੇ ਨੇ ਉਸਨੂੰ ਪਛਾਣ ਲਿਆ। ਤਾਂ ਉਸਨੇ ਉਹਨੂੰ ਕਿਹਾ ਕਿ ਤੂੰ ਨੰਦੂ ਹੈ, ਪਰ ਨੰਦੂ ਨੇ ਉਸਨੂੰ ਕਹਿ ਦਿੱਤਾ ਕਿ ਮੈਂ ਇੱਥੇ ਕੋਈ ਨੰਦੂ ਨਹੀਂ ਰਹਿੰਦਾ, ਮੈਂ ਤਾਂ ਨੰਦ ਸਿੰਘ ਹਾਂ। ਹਾਲਾਂਕਿ ਉਸ ਪਿੰਡ ਦੇ ਵਿਅਕਤੀ ਨੂੰ ਯਕੀਨ ਨਾ ਹੋਇਆ ਕਿ ਇਹ ਸੱਚ ਬੋਲ ਰਿਹਾ ਹੈ, ਇਸ ਲਈ ਉਹ ਪਿੰਡ ਦਾ ਬੰਦਾ ਬਾਰ-ਬਾਰ ਆਉਣ ਲੱਗ ਪਿਆ ਨੰਦੂ ਦੇ ਕੋਲ, ਬਾਰ-ਬਾਰ ਆਉਂਦਾ ਅਤੇ ਉਸਨੂੰ ਬਾਰ-ਬਾਰ ਕਹਿੰਦਾ ਕਿ ਤੇਰੀ ਮਾਂ ਤੈਨੂੰ ਯਾਦ ਕਰਦੀ ਹੈ, ਤੇਰਾ ਪਿਓ ਤੈਨੂੰ ਯਾਦ ਕਰਦਾ, ਤੇਰੇ ਭੈਣਾਂ ਭਰਾ ਯਾਦ ਕਰਦੇ ਨੇ। ਹੌਲੀ ਹੌਲੀ ਨੰਦੂ ਦਾ ਜਿਹੜਾ ਦਿਲ ਹੀ ਪਸੀਜਣ ਲੱਗ ਪਿਆ, ਉਹਨੂੰ ਆਪਣੇ ਮਾਂ ਪਿਓ ਦੀ ਯਾਦ ਆਉਣ ਲੱਗ ਪਈ। ਉਹਦਾ ਵੀ ਦਿਲ ਕੀਤਾ ਕਿ ਮੈਂ ਆਪਣੇ ਮਾਂ ਪਿਓ ਕੋਲ ਜਾਵਾਂ। ਇੱਧਰ ਨੰਦੂ ਦੇ ਕੰਨਾਂ ਦੇ ਕੋਲ ਕੋਈ ਗਿਲਟੀਆਂ ਜਿਹੀਆਂ ਬਣ ਗਈਆਂ, ਜਿਹਦੇ ਕਰਕੇ ਸਰਦਾਰਾਂ ਦੇ ਘਰ ਜਿੰਨਾ ਘਰ ਨੌਕਰੀ ਕਰ ਰਿਹਾ ਸੀ ਉਹਨਾਂ ਨੂੰ ਲੱਗਾ ਕਿ ਇਹਨੂੰ ਨਾ ਕੋਈ ਬਿਮਾਰੀ ਹੈ ਅਤੇ ਅਸੀਂ ਇਹਦਾ ਇਲਾਜ ਨਹੀਂ ਕਰ ਸਕਦੇ, ਅਤੇ ਉਸਨੇ ਉਸਨੂੰ ਨੌਕਰੀ ਤੋਂ ਕੱਢ ਦਿੱਤਾ। ਹੁਣ ਜਿਹੜਾ ਨੰਦੂ ਸੀ ਉਹ ਆਪਣੇ ਪਿੰਡ ਜਾਣ ਵਾਸਤੇ ਤਿਆਰ ਹੋ ਗਿਆ ਗੜਵਾਲ, ਅਤੇ ਉਹ ਕਹਾਣੀ ਲੇਖਿਕਾ ਦੇ ਕੋਲ ਆਪਣਾ ਜਿਹੜਾ ਗੁਟਕਾ ਸੀ ਔਰ ਗੁਰੂ ਗੋਬਿੰਦ ਸਿੰਘ ਜੀ ਦੀ ਜਿਹੜੀ ਤਸਵੀਰ ਸੀ ਉਹਨਾਂ ਦੇ ਕੋਲ ਰੱਖ ਕੇ ਉਹ ਆਪਣੇ ਪਿੰਡ ਦੇ ਵਿਅਕਤੀ ਦੇ ਨਾਲ ਗੜਵਾਲ ਚਲਾ ਗਿਆ ਆਪਣੇ ਮਾਂ ਪਿਓ ਨੂੰ ਮਿਲਣ ਵਾਸਤੇ। ਇੰਝ ਦਿਨ ਲੰਘਦੇ ਗਏ। ਲੇਖਿਕਾ ਅੱਗੇ ਦੱਸਦੀ ਹੈ ਕਿ ਕਾਫੀ ਸਮੇਂ ਤੱਕ ਨੰਦੂ ਦੀ ਕੋਈ ਖਬਰ ਨਹੀਂ ਆਈ। ਲੇਖਿਕਾ ਨੇ ਉਸਦਾ ਸਮਾਨ ਜਿਹੜਾ ਸੀ ਸੰਭਾਲ ਕੇ ਰੱਖਿਆ ਹੋਇਆ ਸੀ। ਫਿਰ ਲੇਖਿਕਾ ਨੇ ਦੱਸਿਆ ਕਿ ਇੱਕ ਦਿਨ ਅਚਾਨਕ ਹੀ ਇੱਕ ਲੜਕਾ ਜਿਹਾ ਉਸ ਕੋਲ ਆਇਆ, ਉਹਨੇ ਮੈਲੀ ਜਿਹੇ ਕੱਪੜੇ ਪਾਏ ਸੀ, ਮੈਲੀ ਜਿਹੀ ਟੋਪੀ ਪਾਈ ਹੋਈ ਸੀ, ਅਤੇ ਕਹਾਣੀ ਲੇਖਿਕਾ ਨੇ ਸੋਚਿਆ ਕਿ ਸ਼ਾਇਦ ਕੋਈ ਬੱਚਾ ਨੌਕਰੀ ਮੰਗਣ ਵਾਸਤੇ ਹੈ, ਪਰ ਫਿਰ ਉਸਨੇ ਉਸਨੂੰ ਪਛਾਣ ਲਿਆ ਕਿ ਇਹ ਤਾਂ ਨੰਦੂ ਹੀ ਆਇਆ ਹੈ ਪਿੰਡੋਂ, ਆਪਣੇ ਜਿਹੜਾ ਪਿੰਡ ਚਲਾ ਗਿਆ ਸੀ ਹੁਣ ਵਾਪਸ ਆਪਣੇ ਪਿੰਡੋਂ ਇੱਥੇ ਆ ਗਿਆ। ਫਿਰ ਲੇਖਿਕਾ ਅੱਗੇ ਦੱਸ ਰਹੀ ਹੈ ਕਿ ਹੁਣ ਜਿਹੜਾ ਨੰਦੂ ਜਿਹਨੇ ਕੇਸ ਰੱਖ ਲਏ ਸੀ ਸਰਦਾਰਾਂ ਦੇ ਘਰ ਰਹਿ ਕੇ, ਉਸਨੇ ਆਪਣਾ ਸਿਰ ਮੁੰਨ ਲਿਆ ਹੈ, ਫਿਰ ਉਸਨੇ ਆਪਣੇ ਵਾਲ ਕਟਾ ਲਏ ਹਨ। ਹੁਣ ਉਸਦਾ ਨਾਮ ਨੰਦੂ ਤੋਂ ਪਹਿਲਾਂ ਜਿਹੜਾ ਨੰਦ ਸਿੰਘ ਬਣਿਆ ਸੀ, ਹੁਣ ਉਸਦਾ ਨਾਮ ਫਿਰ ਆਨੰਦ ਰਾਮ ਹੋ ਗਿਆ ਸੀ। ਉਹ ਹੁਣ ਗੜਵਾਲੀ ਬੋਲਣ ਲੱਗ ਪਿਆ ਸੀ। ਪਿੰਡ ਕਾਫੀ ਸਮੇਂ ਰਹਿ ਕੇ ਆਇਆ ਸੀ ਅਤੇ ਉਹਨੂੰ ਉਹਦੇ ਮੂੰਹ ਤੋਂ ਗੜਵਾਲੀ ਚੜ੍ਹ ਚੁੱਕੀ ਸੀ। ਕਹਾਣੀ ਲੇਖਿਕਾ ਉਸਨੂੰ ਕਹਿੰਦੀ ਕਿ ਵੀ ਤੇਰਾ ਜਿਹੜਾ ਸਮਾਨ ਮੇਰੇ ਕੋਲ ਪਿਆ ਤੂੰ ਆਪਣਾ ਸਮਾਨ ਲੈ ਜਾ, ਜਿਹੜਾ ਤੇਰੀ ਗੁਰੂ ਗੋਬਿੰਦ ਸਿੰਘ ਦੀ ਤਸਵੀਰ ਹੈ, ਗੁਟਕਾ, ਹੋਰ ਵੀ ਜਿਹੜਾ ਸਮਾਨ ਲੈ ਜਾ। ਤਾਂ ਉਹ ਕਹਿਣ ਲੱਗਾ ਕਿ ਨਹੀਂ ਹੁਣ ਤੁਸੀਂ ਤਸਵੀਰ, ਨੰਦੂ ਕਹਿਣ ਲੱਗਾ ਕਿ ਉਹ ਤੁਸੀਂ ਤਸਵੀਰ ਆਪਣੇ ਕੋਲ ਹੀ ਰੱਖੋ,
ਹੁਣ ਮੇਰੇ ਕੋਲ ਇੱਕ ਹੋਰ ਤਸਵੀਰ ਆ ਗਈ ਹੈ। ਫਿਰ ਉਸਨੇ ਆਪਣੇ ਥੈਲੇ ਵਿੱਚੋਂ ਕ੍ਰਿਸ਼ਨ ਜੀ ਦੀ ਫੋਟੋ ਕੱਢ ਕੇ ਵਿਖਾਈ ਕਿ ਮੈਂ ਹੁਣ ਕ੍ਰਿਸ਼ਨ ਜੀ ਨੂੰ ਮੰਨਣ ਲੱਗ ਪਿਆ ਹਾਂ। ਇੱਥੇ ਕਹਾਣੀ ਲੇਖਿਕਾ ਕੇ ਦੱਸਦੀ ਕਿ ਰੋਟੀ ਦਾ ਕੋਈ ਮਜ਼ਹਬ ਜਾਂ ਜਾਤ ਜਾਂ ਕੋਈ ਧਰਮ ਨਹੀਂ ਹੁੰਦਾ। ਜਿੱਥੇ ਰੋਟੀ ਮਿਲੇ ਇਨਸਾਨ ਦਾ ਉਹੀ ਮਜ਼ਹਬ ਬਣ ਜਾਂਦਾ ਵਾ। ਕੋਈ ਇਹ ਨਹੀਂ ਸੋਚੇਗਾ ਕਿ ਜੋ ਸਰਦਾਰ ਹੈ ਤਾਂ ਹੀ ਰੋਟੀ ਮਿਲੇਗੀ ਜਾਂ ਹਿੰਦੂ ਹੈ ਤਾਂ ਹੀ ਰੋਟੀ ਮਿਲੇਗੀ। ਗਰੀਬ ਤਾਂ ਇਹ ਸੋਚੇਗਾ ਜਿੱਥੇ ਉਹਨੂੰ ਰੋਟੀ ਮਿਲ ਗਈ ਉਸਦਾ ਉਹੀ ਧਰਮ। ਫਿਰ ਲੇਖਿਕਾ ਦੱਸ ਰਹੀ ਕਿ ਨੰਦੂ ਉਸਨੂੰ ਮਿਲ ਕੇ ਚਲਾ ਗਿਆ ਅਤੇ ਫਿਰ ਕੁਝ 2 ਸਾਲਾਂ ਬਾਅਦ ਵਾਪਸ ਨੰਦੂ ਫਿਰ ਲੇਖਿਕਾ ਨੂੰ ਮਿਲਣ ਆਇਆ। ਉਹ ਕਹਿ ਰਹੀ ਕਿ ਉਸਦੀ ਲੰਬਾਈ ਵਿੱਚ ਕੋਈ ਖਾਸ ਫਰਕ ਨਹੀਂ ਸੀ ਪਿਆ ਸੀ, ਉਹਨੇ ਕੋਈ ਕੱਦ ਦਾ ਸੀ ਅਤੇ ਲੇਖਿਕਾ ਨੇ ਫਿਰ ਉਹਨੂੰ 2 ਸਾਲ ਬਾਅਦ ਮਿਲਣ 'ਤੇ ਵੀ ਉਸਨੂੰ ਪਹਿਚਾਣ ਲਿਆ ਅਤੇ ਹੁਣ ਉਹਨੇ ਲੇਖਿਕਾ ਨੂੰ ਦੱਸਿਆ। ਫਿਰ ਹੁਣ ਲੇਖਿਕਾ ਨੇ ਨੋਟਿਸ ਕੀਤਾ ਕਿ ਉਹ ਜਿਹੜਾ ਪਹਿਲਾਂ ਪੰਜਾਬੀ ਬੋਲਦਾ ਸੀ ਫਿਰ ਗੜਵਾਲੀ ਦਾ ਹੈ, ਹੁਣ ਉਹ ਹਿੰਦੀ ਬੋਲਣ ਲੱਗ ਪਿਆ ਸੀ। ਉਸਨੇ ਨੰਦੂ ਨੇ ਦੱਸਿਆ ਕਿ ਹੁਣ ਉਹ ਕਿਸੇ ਮਦਰਾਸੀਆਂ ਦੇ ਕੋਲ ਨੌਕਰੀ ਕਰਨ ਲੱਗ ਪਿਆ ਹੈ ਅਤੇ ਮਦਰਾਸੀਆਂ ਦੇ ਘਰ ਜਿਹੜੀ ਬਜ਼ੁਰਗ ਔਰਤ ਉਸਨੂੰ ਬਹੁਤ ਤੰਗ ਕਰਦੀ ਹੈ। ਫਿਰ ਉਸਨੇ ਇਹ ਵੀ ਦੱਸਿਆ ਕਿ ਪਹਿਲਾਂ ਉਹਨਾਂ ਦੇ ਘਰ ਦਾ ਮੈਂ ਖਾਣਾ ਨਹੀਂ ਸੀ ਖਾ ਸਕਦਾ, ਮਾਸ ਮੱਛੀ ਨਹੀਂ ਖਾ ਸਕਦਾ ਸੀ, ਲੇਕਿਨ ਫਿਰ ਮੈਨੂੰ ਢਿੱਡ 'ਤੇ ਭਰਨਾ ਸੀ, ਇਸ ਕਰਕੇ ਮੈਂ ਉਹ ਵੀ ਉੱਥੇ ਸਭ ਕੁਝ ਖਾਣਾ ਜਿਹੜਾ ਕਿ ਸ਼ੁਰੂ ਕਰ ਦਿੱਤਾ। ਲੇਖਿਕਾ ਸੋਚਦੀ ਕਿ ਇਨਸਾਨ ਨੂੰ ਪੇਟ ਭਰਨ ਵਾਸਤੇ ਹਰ ਚੀਜ਼, ਹਰ ਜਗ੍ਹਾ, ਹਰ ਹਾਲਤ ਦੇ ਨਾਲ ਸਮਝੌਤਾ ਜਿਹੜਾ ਕਿ ਕਰਨਾ ਪੈਂਦਾ ਹੈ। ਇਨਸਾਨ ਦੀ ਸਭ ਤੋਂ ਵੱਡੀ ਚੀਜ਼ ਕਿਹੜੀ ਜ਼ਰੂਰੀ ਹੈ? ਉਸਦੀ ਭੁੱਖ ਹੈ ਅਤੇ ਉਸਨੂੰ ਭਰਨ ਲਈ ਉਹ ਕੁਝ ਵੀ ਜਿਹੜਾ ਕਰਨ ਨੂੰ ਤਿਆਰ ਹੋ ਸਕਦਾ ਹੈ। ਲੇਖਿਕਾ ਅੱਗੇ ਕਹਿੰਦੀ ਮੈਂ ਸੋਚਦੀ ਹਾਂ ਕਿ ਜਿਹੜਾ ਨੰਦੂ ਨੰਦ ਸਿੰਘ ਬਣਿਆ, ਫਿਰ ਆਨੰਦ ਰਾਮ ਬਣ ਗਿਆ, ਜਿਹੜਾ ਗੁਟਕਾ ਅਤੇ ਗੁਰੂ ਗੋਬਿੰਦ ਸਿੰਘ ਦੀ ਤਸਵੀਰ ਨੂੰ ਸਾਂਭ ਰੱਖਦਾ ਸੀ, ਹੁਣ ਉਹ ਕ੍ਰਿਸ਼ਨ ਜੀ ਦੀ ਤਸਵੀਰ ਰੱਖਣ ਲੱਗ ਪਿਆ। ਫਿਰ ਉਹ ਗੜਵਾਲੀ ਬੋਲਣ ਲੱਗ ਪਿਆ, ਫਿਰ ਉਹ ਪੰਜਾਬੀ ਬੋਲਦਾ ਸੀ, ਫਿਰ ਕਦੇ ਹਿੰਦੀ ਬੋਲਦਾ। ਉਹ ਲੋਕਾਂ ਦੇ ਘਰ ਭਾਂਡੇ ਮਾਂਜਦਾ, ਬੋਕਰਾਂ ਫੇਰਦਾ, ਕੱਪੜੇ ਧੋਂਦਾ, ਰੋਟੀਆਂ ਪਕਾਉਂਦਾ, ਝਿੜਕਾਂ ਵੀ ਖਾਂਦਾ, ਲੇਕਿਨ ਹੈ ਤਾਂ ਉਹ ਬੱਚਾ ਹੀ ਨਾ, ਹੈ ਤਾਂ ਉਹ ਬੱਚਾ ਹੀ ਨਾ। ਫਿਰ ਨੰਦੂ ਕਹਾਣੀ ਲੇਖਿਕਾ ਨੂੰ ਪੁੱਛਦਾ ਕਿ ਕੀ ਤੁਸੀਂ ਮੇਰੇ ਉੱਤੇ ਵੀ ਕਹਾਣੀ ਲਿਖੋਗੇ? ਪਰ ਮੇਰੇ ਉੱਤੇ ਲਿਖੋਗੇ ਤਾਂ ਪੜ੍ਹੇਗਾ ਵੀ ਕੌਣ? ਪਰ ਲੇਖਿਕਾ ਕਹਿੰਦੀ ਹੈ ਕਿ ਤੇਰੇ ਉੱਪਰ ਕਹਾਣੀ ਲਿਖੀ ਵੀ ਜਾਏਗੀ ਅਤੇ ਲੋਕ ਪੜ੍ਹਨਗੇ ਵੀ, ਕਿਉਂਕਿ ਤੂੰ ਸਮਾਜ ਨੂੰ ਇੱਕ ਚਿਹਰਾ ਦਿਖਾ ਰਿਹਾ ਕਿ ਇੱਕ ਬੱਚਾ ਜਿਹੜਾ ਕਿ ਰੋਟੀ ਵਾਸਤੇ ਕਿੰਨਾ ਸੰਘਰਸ਼ 'ਚੋਂ ਲੰਘ ਰਿਹਾ ਹੈ, ਪਰ ਉਸਨੂੰ ਸਮਾਜ ਬਿਨਾਂ ਉਸਦੇ ਕੰਮ ਕੀਤੇ, ਬਿਨਾਂ ਕਿਸੇ ਸੰਘਰਸ਼ ਤੋਂ ਉਸਨੂੰ ਰੋਟੀ ਨਹੀਂ ਦੇ ਸਕਦਾ। ਸੋ ਇਹ ਸੀ ਕਹਾਣੀ ਨੰਦੂ, ਜਿਸ ਦਾ ਕਿ ਵਿਸ਼ਾ ਬੜਾ ਮਹੱਤਵਪੂਰਨ ਹੈ, ਸਾਡੇ ਸਮਾਜ ਦਾ ਇੱਕ ਬਹੁਤ ਸੋਹਣੀ ਜਿਹੜੀ ਝਾਕੀ ਨੂੰ ਪੇਸ਼ ਕਰਦੀ ਹੈ ਕਹਾਣੀ। ਹੁਣ ਇਸ ਨੰਦੂ ਕਹਾਣੀ ਦੇ ਕੁਝ ਕੁਐਸਚਨ ਜਿਹੜੇ ਕਿ ਉਮੀਦ ਆ ਸਕਦੇ ਆ, ਜਿਵੇਂ ਕਿ ਨੰਦੂ ਕਿਹੜੇ ਇਲਾਕੇ ਦਾ ਰਹਿਣ ਵਾਲਾ ਸੀ ਅਤੇ ਉਸਦੀ ਮਾਂ ਬੋਲੀ ਕਿਹੜੀ ਸੀ? ਨੰਦੂ ਗੜਵਾਲ ਦਾ ਰਹਿਣ ਵਾਲਾ ਸੀ ਅਤੇ ਗੜਵਾਲੀ ਉਸਦੀ ਮਾਂ ਬੋਲੀ ਸੀ। ਆਪਣੇ ਪਿੰਡ ਵਿੱਚ ਨੰਦੂ ਦੀ ਹਾਲਤ ਕੀ ਸੀ? ਦੂਸਰਾ ਪ੍ਰਸ਼ਨ, ਨੰਦੂ ਦੇ ਘਰ ਦੀ ਹਾਲਤ ਬਹੁਤ ਆਰਥਿਕ ਮੰਦਹਾਲੀ ਸੀ। ਉਸਦੇ ਘਰ ਵਿੱਚ ਇੱਕ ਹੀ ਟਾਈਮ ਰੋਟੀ ਬਣਦੀ ਸੀ ਅਤੇ ਸਾਰਾ ਦਿਨ ਗਾਵਾਂ ਚਾਰਦਾ ਸੀ ਅਤੇ ਗਾਵਾਂ ਦਾ ਜਿਹੜਾ ਦੁੱਧ ਵੇਚ ਕੇ ਫਿਰ ਵੀ ਇੱਕ ਟਾਈਮ ਹੀ ਰੋਟੀ ਜਿਹੜੀ ਬਣਦੀ ਸੀ। ਤੀਸਰਾ ਕੁਐਸਚਨ, ਸਰਦਾਰਾਂ ਦੇ ਘਰ ਨੌਕਰੀ ਕਰਨ 'ਤੇ ਨੰਦੂ 'ਤੇ ਕੀ ਅਸਰ ਪਿਆ? ਸਰਦਾਰਾਂ ਦੇ ਘਰ ਨੌਕਰੀ ਕਰਨ 'ਤੇ ਇਹ ਅਸਰ ਪਿਆ ਕਿ ਨੰਦੂ ਪੰਜਾਬੀ ਬੋਲਣ ਲੱਗ ਪਿਆ, ਉਸਨੇ ਕੇਸ ਰੱਖ ਲਏ, ਪੱਗ ਵੀ ਬੰਨਣ ਲੱਗ ਪਿਆ, ਗੁਟਕਾ ਵੀ ਪੜ੍ਹਨ ਲੱਗ ਪਿਆ, ਔਰ ਉਸਨੇ ਗੁਰੂ ਗੋਬਿੰਦ ਸਿੰਘ ਜੀ ਦੀ ਇੱਕ ਤਸਵੀਰ ਵੀ ਆਪਣੇ ਕੋਲ ਜਿਹੜੀ ਸੀ ਰੱਖ ਲਈ ਸੀ। ਫਿਰ ਇਹ ਕਿ ਪਿੰਡ ਦੇ ਬੰਦੇ ਨੂੰ ਮਿਲਣ ਮਗਰੋਂ ਨੰਦੂ ਉਦਾਸ ਕਿਉਂ ਰਹਿਣ ਲੱਗ ਪਿਆ? ਕਿਉਂਕਿ ਪਿੰਡ ਦੇ ਬੰਦੇ ਨੇ ਉਸਨੂੰ ਦੱਸਿਆ ਸੀ ਕਿ ਤੈਨੂੰ ਤੇਰੇ ਮਾਂ-ਬਾਪ ਜਿਹੜੇ ਕਿ ਬਹੁਤ ਯਾਦ ਕਰਦੇ ਨੇ, ਇਸ ਕਰਕੇ ਆਪਣੇ ਮਾਂ-ਬਾਪ ਨੂੰ ਯਾਦ ਕਰਕੇ ਉਹ ਜਿਹੜਾ ਕਿ ਉਦਾਸ ਰਹਿਣ ਲੱਗ ਪਿਆ ਸੀ। ਫਿਰ ਇਹ ਕਿ ਸਰਦਾਰਾਂ ਨੇ ਨੰਦੂ ਨੂੰ ਨੌਕਰੀ ਤੋਂ ਕਿਉਂ ਕੱਢ ਦਿੱਤਾ ਸੀ? ਕਿਉਂਕਿ ਨੰਦੂ ਦੇ ਕੰਨ ਦੇ ਕੋਲ ਕੋਈ ਗਿਲਟੀਆਂ ਜਾਂ ਰਸੌਲੀਆਂ ਜਿਹੀ ਬਣ ਗਈਆਂ ਸੀ, ਕੋਈ ਬਿਮਾਰੀ ਸੀ ਲੱਗ ਰਹੀ ਸੀ ਅਤੇ ਸਰਦਾਰਾਂ ਨੂੰ ਲੱਗਦਾ ਸੀ ਕਿ ਉਸਦਾ ਇਲਾਜ ਨਹੀਂ ਕਰਾ ਸਕਦੇ, ਇਸ ਲਈ ਉਸਨੂੰ ਨੌਕਰੀ ਤੋਂ ਕੱਢ ਦਿੱਤਾ ਸੀ। ਅਗਲਾ ਕੁਐਸਚਨ, ਨੰਦੂ ਜਦੋਂ ਪਿੰਡ ਤੋਂ ਫਿਰ ਵਾਪਸ ਆਇਆ ਤਾਂ ਲੇਖਿਕਾ ਨੂੰ ਉਸ ਵਿੱਚ ਕੀ ਤਬਦੀਲੀ ਨਜ਼ਰ ਆਈ? ਲੇਖਿਕਾ ਨੂੰ ਇਹ ਤਬਦੀਲੀ ਨਜ਼ਰ ਆਈ ਕਿ ਹੁਣ ਉਹ ਪੰਜਾਬੀ ਦੀ ਥਾਂ ਗੜਵਾਲੀ ਬੋਲਣ ਲੱਗ ਪਿਆ ਸੀ। ਉਸਦੇ ਕੋਲ ਹੁਣ ਉਸਨੇ ਆਪਣੇ ਵਾਲ ਵੀ ਕਟਾ ਲਏ ਸਨ, ਉਸ ਕੋਲ ਹੁਣ ਕ੍ਰਿਸ਼ਨ ਭਗਵਾਨ ਜੀ ਦੀ ਫੋਟੋ ਸੀ। ਅਗਲਾ ਕੁਐਸਚਨ ਹੈ, ਮਦਰਾਸੀ ਦੇ ਘਰ ਨੌਕਰੀ ਕਰਕੇ ਨੰਦੂ ਵਿੱਚ ਕੀ ਤਬਦੀਲੀ ਆਈ? ਨੰਦੂ ਦੇ ਘਰ ਇਹ ਤਬਦੀਲੀ ਆਈ ਕਿ ਉਹ ਪਹਿਲਾਂ ਜਿਹੜਾ ਪੰਜਾਬੀ ਤੋਂ ਗੜਵਾਲੀ 'ਤੇ ਆਇਆ ਸੀ, ਹੁਣ ਉਹ ਫਿਰ ਹਿੰਦੀ ਬੋਲਣ ਲੱਗ ਪਿਆ, ਔਰ ਉਹਨਾਂ ਦੇ ਘਰ ਮਦਰਾਸੀ, ਉਸ ਦੀ ਭਾਸ਼ਾ ਵਿੱਚ ਕੁਝ ਮਦਰਾਸੀ ਸ਼ਬਦ ਵੀ ਆ ਗਏ, ਉਹਨਾਂ ਦੀ ਭਾਸ਼ਾ ਸ਼ਬਦ ਵੀ ਆ ਗਏ, ਅਤੇ ਉਹਨਾਂ ਦੇ ਘਰ ਦਾ ਖਾਣਾ ਪੀਣਾ ਉਸਨੇ ਸ਼ੁਰੂ ਕਰ ਦਿੱਤਾ ਸੀ। ਅਗਲਾ ਕੁਐਸਚਨ ਹੈ, ਨੰਦੂ ਵਰਗੇ ਨਵੀਂ ਦੁਨੀਆ ਦੀਆਂ ਨੀਹਾਂ ਕਿਵੇਂ ਮਜ਼ਬੂਤ ਕਰ ਰਹੇ ਹਨ? ਉਹ ਦੱਸ ਰਹੇ ਹਨ ਕਿ ਉਹ ਕਿਸ ਤਰ੍ਹਾਂ ਮਿਹਨਤ ਕਰਕੇ, ਕੰਮ ਕਰਕੇ ਆਪਣੇ ਪਰਿਵਾਰ ਅਤੇ ਆਪਣੇ ਆਪ ਨੂੰ ਪਾਲ ਸਕਦੇ ਹਨ। ਛੋਟਾ ਕੁਐਸਚਨ, ਨੰਦੂ ਕੌਣ ਸੀ? ਇੱਕ ਘਰੇਲੂ ਨੌਕਰ ਸੀ। ਨੰਦੂ ਕਹਾਣੀ ਲਿਖੀ ਕਿਸ ਦੀ ਹੈ? ਅਜੀਤ ਕੌਰ ਦੀ। ਨੰਦੂ ਕਹਾਣੀ ਦਾ ਨਾਇਕ ਕੌਣ ਹੈ? ਨੰਦੂ ਕਿੱਥੋਂ ਦਾ ਰਹਿਣ ਵਾਲਾ ਸੀ? ਗੜਵਾਲ ਦਾ ਰਹਿਣ ਵਾਲਾ ਸੀ। ਸੋ ਇਹ ਸੀ ਕਹਾਣੀ ਨੰਦੂ। ਉਮੀਦ ਕਰ ਰਹੀ ਤੁਹਾਨੂੰ ਚੰਗੀ ਤਰ੍ਹਾਂ ਸਮਝ ਆ ਗਈ ਹੋਏਗੀ। ਬਾਕੀ ਤੁਹਾਡੇ ਐਗਜ਼ਾਮਸ ਵਾਸਤੇ ਸਾਰਿਆਂ ਵਾਸਤੇ ਬੈਸਟ ਵਿਸ਼ੇਸ।